गुरु रूप प्यारी साध संगत जी, आओ सारे रसना पवित्र करिए। जय गुरुदेव, धन गुरुदेव, जय संतां दी। संतो प्यारियो, आप जैसे भगत जो कि गुरु दरबार नाल जुड़े हुए ने, संत मत नाल जुड़े हुए ने, उन्हां वास्ते शब्दां दी कोई कीमत नहीं रहिंदी। वो भाव नाल प्यार करदे हन। उन्हां दा प्यार गुरु दी मत, गुरु दी शिक्षा नाल हुंदा है, क्योंकि वेदां शास्त्रां विच इस गल दी प्रौढ़ता कीती गई है, गुर की मत तू लै आने, भगत बिना वो डूबे सियाने। इस वास्ते बगैर भगती दे बंदे दा किते भी थो नहीं मिलदा। संत जनों, ये जो साडे पास लिखती रूप विच बाणियां हन, इन्हां नूं झुठलाया नहीं जा सकदा, क्योंकि ये संतां महापुरुषां दे अपने तजर्बे ने। दास एक कहानी सुनाया करदा है। एक गड्डी दे विच सज्जन ट्रैवल कर रहा सी। वो अपने कंप्यूटर दे उत्ते अजकल देखदे ही सारे लगे रहिंदे, लैपटॉप ते लगा सी और उसकी सामने सीट ते एक बड़ी सुंदर लड़की आके बैठी। उस लड़की ने उस आदमी वाल थोड़ा मुस्कुरा के वेख्या। अगों उस आदमी ने भी मुस्कुराहट दी। ये नैचुरल है, जे तुहानूं कोई खुशी देंदा है तो तुसी भी खुशी देंदे हो, नैचुरल। एक दो बारी इंज करन तो बाद वो लड़की उसदे कोल आट के बैठ गई और उसदे कंन दे विच वो कहंदी है कि अपना पर्स, टैलीफोन सब कुछ मैनू दे दे, नहीं ते मैं इत्थे शोर करांगी, तू मैनू गलत नज़र नाल वेख्या, तू मैनू छेड़िया है, जिस तरह अपनी पंजाबी विच कहिंदे। बंदा घबरा गया, लेकिन हाव भाव नहीं उन्हें बदले। उन्हें एक कागज लिया ते कागज ते लिख के उन्होंने कहिंदा कि मैं बोला हाँ, I'm deaf, ते मैनू जो तू कहा है वो लिख के दस दे। उस मचली हुई कुड़ी ने कागज दे उत्ते लिख दिता, गिव मी योर पर्स, योर टेलीफोन, अदरवाइज मैं कहांगी तू मैनू मिसट्रीट किया, रौला पा देंगी। जिवें ही उन्हें लिख के उन्हें दिता, वो खड़ा हो गया। बाकी दे मुसाफिरां दा ध्यान अपने वल करके कहंदा, ऐ वेखो ऐ लड़की दा चलन लिखती रूप विच जो इन्हें मैनू कन्न च कहा सी, मैं जान के बनिया बोला, मैं डेफ हाँ, सुनदा नहीं। इन्हें लिख के दिता, ऐ मैनू कह रही जे उस लड़की नूं किते भज्जण नूं थां ना मिले। इसे तरह ही दास कहा करता है कि सानू लिखती रूप विच जो साडे कोल पावन अमृत बाणी है, वेद शास्त्र हन, श्री गुरु ग्रंथ साहब जी की पावन बाणी है, इस वास्ते इन्हां नूं असीं झुठला नहीं सकते। तो सच्चाई है। अज
ਆਪ ਜੀ ਦੇ ਨਾਲ ਦਾਸ ਕੱਤਕ ਦੇ ਮਹੀਨੇ ਦੀ ਚਰਚਾ ਕਰਨ ਜਾ ਰਿਹਾ ਹੈ, ਕਿਉਂਕਿ ਹਰ ਮਹੀਨੇ ਦੇ ਵਿੱਚ ਮੌਸਮ ਵੀ ਬਦਲਦਾ। ਕੱਤਕ ਦੇ ਵਿੱਚ ਮੌਸਮ ਵੀ ਠੰਡ ਆਉਣੀ ਸ਼ੁਰੂ ਹੋ ਜਾਂਦੀ ਹੈ, ਤੇ ਕੱਤਕ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਇਸ ਮਹੀਨੇ ਦੇ ਵਿੱਚ ਸਾਨੂੰ ਕਿਹੋ ਜਿਹਾ ਜੀਵਨ ਜੀਣ ਦੀ ਪ੍ਰੇਰਨਾ ਦਿੱਤੀ ਹੈ। ਦਾਸ ਅੱਜ ਇਹ ਆਪ ਜੀ ਨਾਲ ਸਾਂਝ ਪਾਣੀ ਚਾਹੁੰਦਾ, ਕਿਉਂਕਿ ਜੋ ਦਿਨ ਆਵੇ ਸੋ ਦਿਨ ਜਾਈ। ਇਹ ਦਿਨ ਸਮਾਂ, ਇਹ ਗੁਰਮੁਖੋ ਪਿਆਰਿਓ, ਇਹ ਮੁੜ ਕੇ ਹੱਥ ਨਹੀਂ ਆਉਂਦਾ। ਅਸੀਂ ਬਹੁਤ ਸਾਰਾ ਸਮਾਂ ਖਰਚ ਕੇ ਤੇ ਹਰ ਚੀਜ਼ ਖਰੀਦ ਸਕਨੇ, ਹਰ ਚੀਜ਼ ਪ੍ਰਾਪਤ ਕਰ ਸਕਨੇ, ਪਰ ਹਰ ਚੀਜ਼ ਵੇਚ ਕੇ ਅਸੀਂ ਸਮਾਂ ਪ੍ਰਾਪਤ ਨਹੀਂ ਕਰ ਸਕਦੇ। ਸਭ ਕੁਛ ਕਹਾਣੀਆਂ ਤੁਸੀਂ ਸਿਕੰਦਰ ਦੀਆਂ ਸੁਣੀਆਂ ਕਿ ਭਾਰਤ ਤੋਂ ਵਾਪਸ ਆਉਂਦਾ ਰਸਤੇ 'ਚ ਹੀ ਬਿਮਾਰ ਹੋ ਗਿਆ, ਗਰੀਸ ਨਹੀਂ ਪਹੁੰਚ ਸਕਿਆ, ਔਰ ਡਾਕਟਰਾਂ ਨੂੰ ਕਹੇ ਮੇਰੇ ਕੋਲ ਅੱਧਾ ਰਾਜ ਲੈ ਲਓ, ਮਰਨ ਤੋਂ ਪਹਿਲਾਂ ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ। ਗੁਰਮੁਖੋ ਪਿਆਰਿਓ, ਅਸੀਂ ਕਿਉਂ ਨਾ ਜਿਉਂਦੇ ਜੀ ਹੀ ਮਾਂ ਨੂੰ ਮਿਲ ਲਈਏ। ਮਰਨ ਵੇਲੇ ਚੇਤਾ ਆਇਆ ਉਹਨੂੰ, ਉਹ ਸਾਨੂੰ ਪਤਾ ਹੈ ਗਰੀਸ ਪਹੁੰਚਣ ਲਈ 2 ਦਿਨ ਲੱਗਣੇ ਸਨ। ਉਹਨੇ ਕਿਹਾ 2 ਦਿਨ ਮੈਨੂੰ ਹੋਰ ਹਕੀਮਾਂ ਨੂੰ ਕਿਹਾ ਦੇ ਦਿਓ, ਮੈਂ ਅੱਧਾ ਰਾਜ ਦੇ ਦੇਣਾ। ਸੰਤ ਜਦੋਂ ਸਾਰੀ ਦੁਨੀਆ ਜਿੱਤ ਲਈ, ਮੌਤ ਨੂੰ ਨਹੀਂ ਜਿੱਤ ਸਕਿਆ। ਇਸ ਵਾਸਤੇ ਹਰ ਮਹੀਨੇ ਦੀ ਕਦਰ ਕਰੀਏ। ਔਰ ਕੱਤਕ ਦੇ ਮਹੀਨੇ 'ਚ ਮਹਾਰਾਜ ਕਹਿੰਦੇ ਨੇ ਕੱਤਕ ਕਰਮ ਤਿਆਗ ਕਰ ਭਗਤ ਕਰੋ ਗੁਰਦੇਵ। ਇਹ ਤੁਸੀਂ ਧਿਆਨ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਜਿਹੜੇ ਵੀ ਕਰਮ ਕਰਕੇ ਤੁਸੀਂ ਕਹਿੰਦੇ ਹੋ ਕਿ ਸ਼ਾਇਦ ਮੈਨੂੰ ਰੱਬ ਮਿਲ ਜਾਏ, ਮੈਨੂੰ ਹਰੀ ਦੀ ਪ੍ਰਾਪਤੀ ਹੋ ਜਾਏ, ਮੁਕਤੀ ਮਿਲ ਜਾਏ, ਨਹੀਂ। ਇੱਕੋ ਕਰਮ, ਇੱਕੋ। ਤੂਫਾਂ ਤਕਾ ਲਓ, ਜੋਤਾਂ ਜਗਾ ਲਓ, ਜਿੰਨੇ ਮਰਜੀ, ਇਹ ਤੁਹਾਡੀ ਇੱਛਾ। ਲੇਕਿਨ ਸਾਹਿਬ ਗੁਰੂ ਰਵਿਦਾਸ ਜੀ ਮਹਾਰਾਜ ਦਾ ਜੋ ਹੁਕਮਨਾਮਾ ਹੈ, ਕਹਿੰਦੇ ਇੱਕੋ ਕਰਮ ਕਰੋ, ਕੱਤਕ ਕਰਮ ਤਿਆਗ ਕਰ ਭਗਤ ਕਰੋ ਗੁਰਦੇਵ। ਗੁਰੂ ਦੀ ਭਗਤੀ ਕਰੋ, ਗੁਰੂ ਦੀ ਭਗਤੀ। ਭਗਤੀ ਦਾ ਇੱਕ ਭਾਵ ਹੁੰਦਾ ਨੌਕਰੀ, ਅਧੀਨਗੀ, ਟੋਟਲ ਸਰੈਂਡਰ, ਸਮਰਪਣ। ਮਾਰੇ ਕਹਿੰਦੇ ਨੇ ਕੱਤਕ ਦੇ ਮਹੀਨੇ 'ਚ ਜੇ ਤੁਸੀਂ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਤੇ ਇੱਕੋ ਚੀਜ਼ ਹੈ, ਗੁਰਦੇਵ ਦੀ ਭਗਤੀ ਕਰੋ। ਸੋਹਣ ਸੋਹਣ ਜਪੰਦਿਆਂ ਕਰ ਸੰਤਨ ਕੀ ਸੇਵ। ਹੁਣ ਦਾਸ ਨੇ ਕਈ ਵਾਰੀ ਇਹ ਗੱਲ ਆਪ ਜੀ ਨਾਲ ਸਾਂਝੀ ਕੀਤੀ ਹੈ। ਅਸੀਂ ਨੀਲੇ ਕੱਪੜਿਆਂ ਵਾਲੇ, ਭਗਵੇ ਕੱਪੜਿਆਂ ਵਾਲੇ, ਕੋ ਪੀਲੇ ਵਾਲਾ, ਕੋ ਹਰੇ ਵਾਲਾ, ਉਹਨੂੰ ਲੱਭਦੇ। ਲੇਕਿਨ ਸੰਤ ਕੇਵਲ ਉਹ ਹੁੰਦਾ ਹੈ ਜਿਹੜਾ ਸਾਧ ਕੇ ਸੰਗ ਅੰਤਰ ਪ੍ਰਭ ਡੀਠਾ, ਜਿਸ ਦਾ ਸੰਗ ਕਰਕੇ ਪ੍ਰਭੂ ਨੂੰ ਅੰਗ ਸੰਗ ਦੇਖਿਆ ਜਾ ਸਕੇ। ਸਾਧਕ ਸੰਗ ਅੰਤਰ ਪ੍ਰਭ ਡੀਠਾ, ਡੀਠਾ ਦੇਖਿਆ, ਨਾਮ ਪ੍ਰਭੂ ਕਾ ਲਾਗਾ ਮੀਠਾ। ਇਹ ਕੰਮ ਜ਼ਿੰਦਗੀ ਵਿੱਚ ਕਰਨ ਵਾਲੇ ਨੇ, ਇਹ ਕਰਮ ਕਰਨ ਵਾਲਾ ਹੈ। ਮਹਾਰਾਜ ਕੱਤਕ ਦੇ ਮਹੀਨੇ 'ਚ ਕਹਿੰਦੇ ਨੇ ਉਹ ਕਿਸੇ ਵੀ ਆਪਣੇ
ਗੁਰਸਿੱਖ ਭੈਣ ਭਰਾਵਾਂ ਨੂੰ ਸੱਦ ਕੇ ਭੋਜਨ ਛਕਾਓ। ਕਰ ਸੰਤਨ ਕੀ ਸੇਵਤੇ ਹੀ ਹੈ। ਅਸੀਂ ਜਿੰਨੇ ਮਰਜ਼ੀ ਰੁਮਾਲੇ ਚੜਾ ਲਈਏ, ਜਿੰਨੇ ਮਰਜ਼ੀ ਅਸੀਂ ਕਬਰਾਂ ਤੇ ਮੱਥੇ ਟੇਕ ਲਈਏ, ਲੇਕਿਨ ਸੇਵਾ ਤੇ ਦੱਸੀ ਗਈ ਹੈ ਸੰਤਾਂ ਦੀ, ਜਿਉਂਦੇ ਸੰਤਾਂ ਦੀ, ਮੁਰਦਿਆਂ ਦੀ ਨਹੀਂ। ਸਾਧ ਦਾ ਸੰਗ ਸਾਧ ਸੇਵਾ ਕੋ ਦੋ ਭਲੇ, उनके सेवा वास्ते दो ही जायज ने, एक संत एक राम। संत जेड़े साडे गुरसिख भैन भरा ने, राम सतगुरु नूं कहिंदे ने। सेवा को दो भले, एक संत एक राम। तो पुछण वाले पूछया क्यों? उन्हें क्या कहे, एक संत एक राम जो दाता मुक्त का। सतगुरु क्योंकि मुक्ति का दाता है। संत जपावन नाम, संतां दी सेवा इसलिए कि उन्हां दा संग करके सानू नाम जपन दा तौर तरीके पता लग जाते हैं, किस तरह हरि दे विच इकमिक होना है, किस तरह इस अंदर वाले हरि नू सर्व व्यापक हरि दे नाल एक करना है, जिसनू मोक्ष कहते ने, मुक्ति कहते हैं। राम जो दाता मुक्त का, संत जपावन नाम। और महाराज कहते ने, मात तात और भरात ते प्रिय जान गुरदेव। ये छोटी जी गल नहीं है। माता पिता चाचे ताए भरा सारिਆਂ ਨੂੰ गिन लिया, सारे जरूरी ने। इन्हां दी हर एक रिश्ते का अपना अपना स्थान है, उसी उसी तरह ही उन्होंने मनना है, लेकिन गुरुदेव नूं सब तो मित्र गिनना है। गुरुदेव नूं प्यारा, सब तो ज्यादा प्यारा माता पिता भैन भरा तो भी गुरुदेव नूं जान, गुरु नूं जान। दास क्या करदा सत्संग दे विच कि जदों तुहानू दुनिया दी हर चीज तो, जिस पति पत्नी बच्चे हर चीज आ जाती है, कोठी मकान सब कुछ, जदों दुनिया दी हर चीज नालों तुहानू गुरु प्यारा लगे, जिसनू पावन अमृत बाणी च सतगुरु रविदास जी महाराज सानू समझा रहे हैं, उदों समझना कि भगती आ गई है, उस तो पहला नहीं। और इत्थे महाराज जी कत्तक दे महीने विच बिल्कुल क्लीयर कट, गुरु कदे शक शुबा नहीं रहन दिंदा भगतां दे विच। कल नूं कोई किंतु परंतु ना करे, इसलिए मात तात और भरात ते प्रिय जान गुरुदेव, प्यारा गुरुदेव होना चाहिए। और सखा ने जगत में जैसे है गुरुदेव, इहो जिहा मित्र दुनिया तेनू होर नहीं मिलना जिहो जिहा गुरुदेव दा सखा मित्र। असी बड़े मित्र बनाए ने, पर माछीवाड़े दे जंगलों च जदों गुरु गोबिंद सिंह जी इकल्ले रह गए, उस वक्त भी यही कहा, मित्र प्यारे नू हाल मरीदां दा कहना, दुध बिन रोग रजाइयां दा ओढ़न। जंगल विच ने, कल्ले ने, पत्तियां ते सौ रहे ने, घाह ते सौ रहे ने, कोई सराहना भी नहीं है। दुध बिन रोग रजाइयां, तेरे बिना रजाइयां दा ओढ़न मिल जाए रोग है, बिंग कसाइयां दा सहना, सूल सुराई खंजर प्याला। दुध बिन रोग रजाइयां दा ओढ़न, नाग निवासा दे रहना। इस तरह जिवें नागां दे उत्ते सप्पां विच सुते, सूल सराई खंजर प्याला, बिंग कसाइयां दा सहना, ते यारड़े दा सानू सत्थर चंगा, पट खेड़ियां दा रहना। एवें नहीं किया,
संतन की कुतिया पली। तुहाडे वर्गे महापुरुष, तुहाडे वर्गे संत हरि नूं जपन वाले, उन्हां दी कुत्ती चंगी। संतन की कुतिया पली, साकत की बुरी मां। जड़ा रब नालों तोड़दा है, जड़ा हरि तो दूर करे, जेड़ा कोई होवे, महाराज कहंदे ने ओदी मां नालों संतां दी कुत्ती चंगी। इन्ना सख्त इसलिए महाराज कहंदे ने सखा भगत ए अष्टमी कीती अर्जन दे। इस वास्ते जिहो जिहा गुरदेव सखा जे, जो जा ओ राखा तू मेरा राखा, सबनी थाई तां पोके हकाड़ा जी। इहो जिहा कोई राखा होर नहीं मिल सकता, क्योंकि जिथे तू समर्थ, जिथे कोई ना, जिथे कोई भी नहीं हुंदा, उथे भी हरि समर्थ है। उथे अकाल पुरख वाहिगुरु समर्थ है, जिथे होर कोई नहीं। उथे तेरी रख अग्नि उधर माहे 96 डिग्री अग हुंदी है तुहाडे अंदर, मेरे अंदर, और इन्नी डिग्री हुंदी मां दे अंदर। ऐसी अग्नि दे विच भी कहंदा मां दे उदर विच भी, पेट दे विच भी, अग दे विच भी रखिया करदा ते तू करदा। ये ऐसा मित्र है। और महाराज कहंदे ने सखा जान गुर भगत कर, त्यागो करो, त्याग करो हम में। गुरु नूं मित्र बना लो, तू मेरा राखा सबनी थाई। और इनू एदी करो ते अपना हंकार दा त्याग करो। जिन्ना चिर हंकार दा त्याग नहीं हुंदा, उन्ना चिर गुरमुखो प्यारिओ भगती हो ही नहीं सकती। हंकारी बंदा, पंजाबी च आम कहने हंकारिया सो मारिया। हंकारी बंदे दे पल्ले ये निमरता, प्यार, सत्कार, ये धन नहीं आ सकता। और महाराज कहते ने हंकार दा ते काम क्रोध हंकार तज ते तब कुछु आवे पे। ये जिहड़े 5 चोर तेनू चंबड़े पै ने, और हुण कलयुग विच होर ही बड़े चोर चंबड़ पे ने, बहुत चंबड़ गए। जलन, दूजे नू वाधा वेख के जलन, अनेकां ऐसे। और इस वास्ते संत जनों, ये करने वाला तो आप है। असी उन्नू चेते भुल जाने, किसी दी सुंदरता दी तारीफ करने, लेकिन जिन्हें सुंदरता बनाई है उन्होंने तुहाडे वर्गे गुरसिख ही चेते करते, उसकी तारीफ कोई कोई करता। असी हॉलीडे जाने, भावें ग्रीस जाइए, इटली जाइए, सुंदर नज़ारे वेख के गदगद हो जाने, फोटो खिंचवा के आने, लेकिन कदे ये भी सोचो कतक दे महीने च कि जिसने सुंदरता बनाई है उहदे नाल भी फोटो खिंचा रही, कदे उहदे नाल भी मेल होवे, मेल होएगा तो फोटो खिंचावांगे। इस वास्ते महाराज कहंदे ने पंजा काम क्रोध नूं छड्डो, इहदा त्याग करो, और फिर तन तां जाके भेत मिलना है। जिहड़ी गल कतक दे महीने च करन लई कह रहे हैं, तां किते जाके भेद मिलता है। तो महाराज कहते सखा भगत सुभावीए जिम जल दुध मिले, जिवें दुध विच पानी मिल जाता, इस तरह हरि दे नाल भगत मिलता है। भगत ते गुरु का इस तरह संबंध है गुरुदेव का कि तो ही मोही मोही तो ही हो जाते हैं। कतक दे महीने विच ये सानू मौका है
सानू चांस है, इस चांस नू पकड़ लीए। हमारे कहते ने सर्व कर्म को त्याग कर हर गुर जप दिन रहन। कर्मां दा त्याग शुरू ही इत्थों होया। पहली लाइन ही मारे दी कतक कर्म त्याग कर, छड़ कतक दे विच। और मारे कहते सर्व कर्म को त्याग कर हर गुर जप दिन रहन। और दिन रात सोना भी है, काम ते भी जाना है, दिन रात किवें जप सकने। संत जनो इहदे एहसानमंद हो के परमात्मा ते विश्वास का यह मतलब नहीं कि मैं जो भी चाहवा मैनूं मिल जाए, हमेशा वही मिले जो मैं चाहवा मिले ना। परमात्मा ते विश्वास का मतलब यह है कि जो हरि चाहे, जो हो रहा है, मैं उसनूं बड़ी श्रद्धा ते बड़ी सत्कार नाल स्वीकार हाँ। एक बार जो मालका तू कर रहा मेरे भले वास्ते कर रहा, इहदे च कोई मेरी भलाई है जो तू कर रहा। जिस तरह घमियार घड़े नूं थापी मारदा है, घड़ा तां ही बनेगा। मेरी जिंदगी विच और बल्कि हर एक दी जिंदगी विच उतार चढ़ा आउंदे ने, किहड़ा जिहदे नहीं आउंदे, लेकिन वो डिफिकल्टी नूं असी अपॉर्चुनिटी समझ लईए कि मालिक ने मौका बख्शिया हुण होर पक्के होण दा, होर तगड़े होण दा, दिल छड्डण दा नहीं, तगड़े होण दा मौका बख्शिया। इस वास्ते संत जनो गल ते इन्नी एक पायलट ने जहाज तो पैराशूट नाल छलांग मारी, बड़ी सेफ्टी नाल वो हेठां आ गया धरती ते। अखबारां च फोटो छपियां, टीवी ते खबरां छप गईयां, जिधर जाए लोग उहदे नाल फोटो खिचाण, उहदी बहादरी दी प्रशंसा करन। जिधर जाए हर पासे टीवी वाले मगर, अखबारां वाले मगर। एक दिन एक कॉफी हाउस दे विच कॉफी पीण लई गया, उत्थे लोकां ने पछाण लिया, सारे आके उहदे नाल फोटो खिचाई जाण। और मौका वेख के एक साधारण जिहा बंदा भी आया, खुले जे उहदे कपड़े, साधारण बिल्कुल, ते वो आके उहनूं कहंदा आर यू द वन, की तुसी ओही हो जिन्हां ने पैराशूट नाल छलांग लगाई है। होर खुश हो गया, फुल गया, कहंदा हाँ मैं वही हाँ। ते रब दी किस ऐसी मर्जी कि वो कैप्टन उहनूं पुछदा, पायलट पुछण लग पिया, कहंदे हू आर यू, तुसी कौन हो। फुलिया असी पकाने वांगू, और उसने कहा साधारण जे बंदे ने, मैं वो हाँ जिन्हें तेरे पैराशूट नूं बन्निया सी। होश ठिकाने आ गई, बधाइयां मैनू मिल रही, फोटो मेरियां खिंचियां जा रही, लेकिन असली हकदार तो यह है जिन्हें पैराशूट बन्निया सी। जे ये ना ठीक बनता अज ना मैं होना सी ते ना किसी अखबार वाले ने होना, यही राम नाम सत होने की खबर ही छपनी सी। इसलिए संत जन सतगुरु रविदास जी कहते ने, क्योंकि गुरु ते हरि इन्हां दा हर वेले धन्नवाद करन दा नाम ही है स्वास स्वास सिमरन। दिन रात ये गल चेते रखनी कि दद्दा दाता एक है सबको देवनहार। ये चेते रखन दा नाम है दिन रैन सिमरन करना। कदे भी उन्हें ये नहीं कहा कि तू दिन रात बह के माला फेर, बल्कि इनू कंडम किया गया।
कर का मन का छाड़ के मन का फेर रोकिया गया। कहते हैं लकड़ दे जेड़े मन के फेरी जाना है इन्होंने छड़, जे फेर नहीं तो मन का फेर। मन इस दिन रात स्वीकारे, सर्व कर्म को त्याग कर, हर गुर जप दिन रह। हरि ते गुरु दिन रात इसका ध्यान कर, इसका, क्योंकि किते लेट ना हो जाए, किते इंज ना हो जाए कि सोचदे वो दिन आ जाए जिस दिन जाना करना कूच रहन फिरना ही, किते सोचदे कूच करन दा मौका आ जाए फिर वापस किसे नहीं आउण देना। इसलिए गुरमुखो प्यारिओ, मारे ने कत्तक दे महीने विच सानू संदेश दिता है। एक छोटा जिहा ब्रेक लैके फिर हाजिरी भरदे हाँ। जय गुरुदेव, धन गुरुदेव जी। गुरु प्यारी साध संगत जी, जय गुरुदेव, धन गुरुदेव जी। आप जी का फिर स्वागत है। संत जनों, अज दास कत्तक दे महीने दी आप जी दे नाल विचार वटांदरा कर रहे। ये विचार वटांदरा है, दास च शक्ति नहीं कि तुहानू समझा सका, लेकिन विचार तो कर सकते। हमारे कहने ने बाज नीर जमीन को आवत ना ही चैन। सारे कर्मां दा त्याग करके ते इंज हरी नू जप, जिस तरह पानी तो बगैर मच्छी नू चैन नहीं आंदा। कोई साध संग बांदर सी, वो मच्छियां नू फड़े ते पानी बाहर सुट्टी जाए तलाऽ चों। किसी ने कहा भाई ये की करना? कहता मैं मच्छियां नू डुब्बन तो बचा रहा। तू भाई डुब्बन तो की बचा रहा, उन्होंने मौत दे रहा। महाराज मच्छी का इस तरह मिसाल देंदे ने कि भाई बाज जिस तरह नीर दे बिना, पानी दे बिना मीन मच्छी उन्होंने चैन नहीं आता, इस तरह मित्रा तेरा ध्यान हरि दे विच, इस दातार निरंकार दे विच लगना चाहिए। फिर कहते चकवी करे विलाम जिम कब ए जावे रहन। जिमें चकवी विलाम कर दिए कदों रात खत्म हो गए। और ये मिसाल दी चंद चकोर की प्रीत जिम मोर मुगद कन बैन। जिमें चंद ते चकोर की प्रीत है, मोर ते बदल की प्रीत है। ये सानू जड़ियां मिसालां साडे सामने दिन रात हुंदियां ने, ये महाराज सानू बयान करके दस रहे ने। संत जनों, महीना दिन लंघ जाता है, वेखदे वेखदे पता ही नहीं लगता। एक मां रोंदी ते कुरलांदी हुई हकीम दे कोल आई, लुकमान दे कोल। लुकमान हकीम मशहूर है। और उन्होंने आखन लगी जल्दी करो, मेरे घर आओ, मेरा पुत्र बहुत बीमार है। लुकमान भज के गया, उन्हें जाके बच्चे नूं जो चेक किया, वो वाकई ढिला सी, वाकई बीमार सी। लुकमान घर आया, उन्हें जड़ियां 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 बूटियां उन्हें चाहिए सी लैके उन्हें फटाफट दवाई बनाई। और दवाई बनाई और उसने अपने एक असिस्टेंट नाल जिहड़ा सेवादार सी उन्होंने दिती, क्या भी भज के जा, जिन्नी छेती होए भज के जाई ते मां नूं दे आ उहनां दे घर, बच्चे नूं हुणे दवाई पियाई है, उन्हें चाहिए। वो निकलिया दवाई दी शीशी लैके, लेकिन रस्ते भी दोस्त मिल गए। दोस्त मिल गए और
ਉਹਨਾਂ ਨਾਲ ਗੱਲੀ ਬਾਤੀ ਲੱਗ ਗਏ, ਪਤਾ ਹੀ ਨਹੀਂ ਲੱਗਾ ਟਾਈਮ ਕਿੰਨਾ ਲੰਘ ਗਿਆ ਜਦੋਂ ਯਾਰ ਮਿਲ ਜਾਂਦੇ। ਸਾਨੂੰ ਵੀ ਤੇ ਮਾਂ ਦੇ ਗਰਭ ਚੋਂ ਆਜ਼ਾਦ ਹੋਣ ਤੋਂ ਬਾਅਦ ਯਾਰ ਮਿਲ ਗਏ, ਟੱਬਰ ਟੀਰ ਮਿਲ ਗਿਆ, ਉਹਨਾਂ ਵਿੱਚ ਹੀ ਗੁਲਤਾਨ ਹੋ ਜਾਂਦੇ ਆ। ਇਕੱਲੇ ਉਹ ਥੋੜਾ ਸੀ, ਅਸੀਂ ਅਜੇ ਵੀ ਹੋਈ ਜਾਂਦੇ। ਔਰ ਉਧਰੋਂ ਜਿਉਂ ਹੀ ਉਹ ਸ਼ੀਸ਼ੀ ਲੈ ਕੇ ਜਦੋਂ ਚੇਤੇ ਆਇਆ ਵੀ ਮੈਨੂੰ ਲੁਕਮਾਨ ਨੇ ਤੇ ਕਿਹਾ ਸੀ ਭੱਜ ਕੇ ਜਾ, ਤੇ ਮੈਨੂੰ ਤਾਂ ਟਾਈਮ ਲੱਗ ਗਿਆ ਰਸਤੇ 'ਚ ਯਾਰਾਂ ਨਾਲ ਹੀ। ਜਿਉਂ ਉਹਦੇ ਘਰ ਪਹੁੰਚੇ ਤੇ ਉਹਦੇ ਦਰਵਾਜ਼ੇ 'ਚ ਉਹਦੀ ਮਾਂ ਕਲਪਦੀ ਹੋਈ ਮਿਲੀ, ਬੱਚੇ ਦੀ ਮ੍ਰਿਤੂ ਹੋ ਗਈ। ਔਰ ਮਾਂ ਲੁਕਮਾਨ ਨੂੰ ਫੜ ਲਿਆ ਗਲੋਂ, ਮੇਰੇ ਪੁੱਤਰ ਨੂੰ ਤੂੰ ਮਾਰ ਦਿੱਤਾ ਹੈ, ਤੂੰ ਦਵਾਈ ਸਮੇਂ ਸਿਰ ਨਹੀਂ ਭੇਜੀ। ਲੁਕਮਾਨ ਵਿਚਾਰਾ ਹੈਰਾਨ, ਕਿਉਂਕਿ ਉਸਨੇ ਤੇ 10-15 ਮਿੰਟਾਂ 'ਚ ਬਣਾ ਕੇ ਭੇਜ ਦਿੱਤੀ, ਲੇਕਿਨ ਲਿਜਾਣ ਵਾਲਾ ਹੀ ਉਹੀ ਰਾਜ ਖੁੰਝ ਗਿਆ। ਬਲੇਮ ਗੁਰੂ ਨੂੰ ਮਿਲਦਾ, ਲੋਕੀ ਫਿਰ ਗੁਰੂ ਨੂੰ ਬਲੇਮ ਕਰਦੇ ਨੇ, ਸਾਡੇ ਕੋ ਆਇਆ ਨਹੀਂ, ਸਾਨੂੰ ਦੱਸਿਆ ਨਹੀਂ। ਲੇਕਿਨ ਸੰਤ ਤੇ ਹਮੇਸ਼ਾ ਇਹ ਮੌਕਾ ਦੇਖ ਕੇ ਤੇ ਹਰ ਇੱਕ ਨੂੰ ਸੁਨੇਹਾ ਪਹੁੰਚਾਉਂਦੇ ਨੇ ਵੀ ਪੂਰਾ ਗੁਰੂ ਹੈ ਆ ਗਿਆ ਸੰਸਾਰ ਤੇ, ਮਿਲ ਕੇ ਖੁਦਾ ਦੀ ਪਹਿਚਾਣ ਕਰੋ। ਆ ਗਿਆ, ਮਿਲੋ ਤੇ ਸਹੀ, ਪੁੱਛੋ ਤੇ ਸਹੀ। ਬਨਾਰਸ ਭਰਿਆ ਪਿਆ ਸੀ, ਕਬੀਰ ਸਾਹਿਬ ਜੀ ਵੀ ਸਨ। ਕਿਸ ਨੇ ਪੁੱਛਿਆ? ਜਿਨ੍ਹਾਂ ਨੇ ਪੁੱਛਿਆ ਉਹਨਾਂ ਦਾ ਪਾਰ ਉਤਾਰਾ ਹੋ ਗਿਆ, ਬਾਕੀ ਜੇ ਆਏ ਨਾ ਆਏ। ਔਰ ਮਹਾਰਾਜ ਕਹਿੰਦੇ ਨੇ ਕਿ ਜਿਸ ਤਰ੍ਹਾਂ ਚੱਕਵੀ ਨੂੰ ਚੈਨ ਨਹੀਂ ਹੁੰਦਾ, ਜਿਸ ਤਰ੍ਹਾਂ ਪਾਣੀ ਬਿਨਾਂ ਮੱਛਲੀ ਦਾ ਜੋ ਹਾਲ ਹੁੰਦਾ ਹੈ, ਜਿਸ ਤਰ੍ਹਾਂ ਪਿਆਰ ਬੱਦਲ ਨਾਲ ਮੋਰਦਾ ਹੈ, ਇਸ ਤਰ੍ਹਾਂ ਸਾਡਾ ਪਿਆਰ ਰੱਬ ਨਾਲ, ਹਰੀ ਨਾਲ ਹੋਣਾ ਚਾਹੀਦਾ। ਔਰ ਫਿਰ ਕਹਿੰਦੇ ਸਵਾਸ ਸਵਾਸ ਨਹੀਂ ਬਿਸਰੇ, ਜਿਉਂ ਬਛੜੇ ਕੋ ਬੈਠੈਨ, ਜਿਵੇਂ ਬੱਚੇ ਨੂੰ ਥਣ ਨਹੀਂ ਬਿਸਰਦਾ ਸਾਧ ਸੰਗਤ। ਔਰ ਗਊ ਵੀ ਕਬੀਰ ਸਾਹਿਬ ਨੇ, ਸਤਿਗੁਰੂ ਕਬੀਰ ਜੀ ਨੇ ਮਿਸਾਲਾਂ ਦਿੱਤੀਆਂ ਨੇ ਕਿ ਹਰ ਕੀ ਸੁਧ ਇੰਜ ਕਰੋ ਤੁਸੀਂ, ਜਿਉਂ ਬੱਚਾ, ਜਿਵੇਂ ਗਾਂ ਬੱਚੇ ਦਾ ਕਰਦੀ, ਹਰ ਕਾ ਸਿਮਰਨ ਯੂੰ ਕਰੋ, ਇਸ ਤਰ੍ਹਾਂ ਕਰੋ। ਜਿਸ ਤਰ੍ਹਾਂ ਭੈਣਾਂ ਘੜੇ ਭਰ ਕੇ ਪਾਣੀ ਦਾ ਲੈਣ ਜਾਂਦੀਆਂ ਸੀ ਤੇ ਆਪਸ 'ਚ ਗੱਲਾਂ ਬਾਤਾਂ ਵੀ ਕਰਦੀਆਂ ਸੀ, ਪਰ ਧਿਆਨ ਘੜੇ ਵੱਲ ਹੁੰਦਾ ਸੀ। ਇਸ ਤਰ੍ਹਾਂ ਇਸ ਵਾਸਤੇ ਗੁਰਮੁਖੋ ਪਿਆਰਿਓ, ਮਹਾਰਾਜ ਕੱਤਕ ਦੇ ਮਹੀਨੇ ਵਿੱਚ ਸਾਨੂੰ ਤਨੋਂ ਮਨੋਂ ਤਨੋਂ ਇਸ ਜੀਵ ਨੂੰ ਰੱਬ ਨਾਲ ਜੋੜਨ ਲਈ, ਹਰੀ ਨਾਲ ਜੋੜਨ ਦੀ ਪ੍ਰੇਰਨਾ ਮਹਾਰਾਜ ਦੇ ਰਹੇ ਨੇ। ਫਿਰ ਕਹਿੰਦੇ ਜਿਵੇਂ ਬੱਚੇ ਦਾ ਹਰ ਵੇਲੇ ਧਿਆਨ ਥਣਾ ਵੱਲ ਹੁੰਦਾ, ਦੁੱਧ ਵੱਲ ਹੁੰਦਾ। ਫਿਰ ਕਹਿੰਦੇ ਜਿਮ ਕਾਮਨ ਪ੍ਰਸੰਨ ਅਤ ਪਤੀ ਕੋ ਦੇਖਤ ਨੈਣ, ਜਿਉਂ ਹੀ ਪਰਦੇਸ ਗਿਆ ਹੋਏ ਪਤੀ, ਔਰ ਜਿਸ ਤਰ੍ਹਾਂ ਔਰਤ ਦਾ ਧਿਆਨ ਉਸ ਵੱਲ ਹੁੰਦਾ ਹੈ, ਔਰ ਜਿਉਂ ਹੀ ਆਉਂਦਾ ਘਰ ਤੇ ਨੈਣਾਂ ਨੂੰ ਠੰਡ ਪੈ ਜਾਂਦੀ ਹੈ। ਇਸ ਤਰ੍ਹਾਂ ਹੀ ਸਾਨੂੰ ਪ੍ਰਭੂ ਦੇ ਨਾਲ ਪ੍ਰੀਤ, ਹਰੀ ਦੇ ਨਾਲ ਪ੍ਰੀਤ, ਸੋਹਣ ਦੇ ਨਾਲ ਪ੍ਰੀਤ, ਇਸ ਅਕਾਲ ਪੁਰਖ ਨਾਲ ਪ੍ਰੀਤ ਸਾਡੀ ਇੰਝ ਹੋਣੀ ਚਾਹੀਦੀ। ਕਤਕ ਸਵੇਰ ਕਾਮ ਸਭ, ਔਰ ਜਬ ਗੁਰ ਚਰਨਾ ਐਨ, ਕਹਿੰਦੇ ਸਾਰੇ ਕੰਮ ਤੇ ਤੇਰੇ ਹੋਰ ਜਾਣਗੇ ਜੇ ਤੂੰ ਗੁਰੂ ਚਰਨਾਂ ਦੇ ਵਿੱਚ ਆਪਣਾ ਮੱਥਾ ਟੇਕੇਗਾ, ਗੁਰੂ ਚਰਨਾਂ ਦਾ ਧਿਆਨ ਕਰੇਗਾ। ਰਵਿਦਾਸ ਗੁਰੂ ਦੇਵ ਚਰਨ ਕੋ ਧੋਏ ਧੋਏ ਕਰ ਪੈ, ਗੁਰੂ ਦੇ ਚਰਨਾਂ ਨੂੰ ਧੋ ਕੇ ਪੀ। ਸਾਧ ਸੰਗਤ ਕਦੇ ਆਇਆ ਧਿਆਨ 'ਚ? ਇਹ ਤੇ ਸਤਿਗੁਰੂ ਦੇ ਹੁਕਮਨਾਮੇ ਨੇ। ਇਸੇ ਤਰ੍ਹਾਂ ਹੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਵੀ ਕੱਤਕ ਦੇ ਮਹੀਨੇ ਦਾ ਮਹਾਰਾਜ ਜੀ ਫਰਮਾਉਂਦੇ ਨੇ, ਕੱਤਕ ਕਰਮ ਕਾ ਮਾਮ ਨੇ ਦੋਸ ਨਾ ਕਾਹੂ ਜੋਗ,
ਕਹਿੰਦੇ ਨੇ ਕਰਮਾਂ ਨੂੰ ਦੋਸ਼ ਕਿਸੇ ਹੋਰ ਨੂੰ ਨਾ ਦੇਈਂ, ਤੇਰੇ ਕਰਮਾਂ ਕਰਕੇ ਹੈ। ਮਹਾਰਾਜ ਨੇ ਕਿਹਾ ਕਰਮ ਤਿਆਗ, ਗੁਰੂ ਦੀ ਭਗਤੀ ਕਰ, ਅੰਮ੍ਰਿਤਮਣੀ ਕਹਿ ਰਹੀ। ਕਰਮਾਂ ਨਾਲ ਕੱਖ ਨੂੰ, ਕਤਕ ਕਰਮ ਕਮਾਵਨੇ, ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ। ਹੁਣ ਤੂੰ ਦੁੱਖ ਲੈ ਕੇ ਗੁਰੂ ਕੋਲ ਜਾਣਾ, ਰੋਗਾਂ ਨੂੰ ਲੈ ਕੇ ਗੁਰੂ ਕੋਲ ਜਾਣਾ, ਇਹ ਤੇਰੇ ਕਰਮਾਂ ਦਾ ਫਲ ਹੈ। ਪਰਮੇਸ਼ਰ ਨੂੰ ਭੁੱਲ ਕੇ ਸਾਰੇ ਰੋਗ ਤੂੰ ਆਪੇ ਸੱਦ ਲਏ ਨੇ, ਪਰਮੇਸ਼ਰ ਨੂੰ ਭੁੱਲਿਆ, ਕਿਸੇ ਧਰਮ ਸ਼ਾਸਤਰ ਨੂੰ ਭੁੱਲਿਆ ਨਹੀਂ, ਕਿਸੇ ਤੀਰਥ ਨੂੰ ਭੁੱਲਿਆ ਨਹੀਂ, ਪਰਮੇਸ਼ਰ ਨੂੰ। ਪਰਮੇਸ਼ਰ ਕੇਵਲ ਤੇ ਕੇਵਲ ਉਹ ਹੈ ਜਿਹੜਾ ਇੱਕ ਹੈ। ਪਰਮੇਸ਼ਰ ਉਹ ਹੈ ਜਿਹੜਾ ਸਰਵ ਵਿਆਪਕ ਹੈ। ਪਰਮੇਸ਼ਰ ਉਹ ਹੈ ਜਿਹੜਾ ਜੂਨਾਂ 'ਚ ਨਹੀਂ ਆਉਂਦਾ, ਜੂਨੀ ਸਾਹਿਬ ਭੰਗ ਹੈ। ਪਰਮੇਸ਼ਰ ਉਹ ਹੈ ਜਿਹੜਾ ਆਦਿ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹਰ ਚੀਜ਼ ਅਸੀਂ ਜੋ ਦੇਖਦੇ ਹਾਂ ਅੱਖਾਂ ਨਾਲ ਬਦਲਦੀ ਹੈ, ਪਰਮੇਸ਼ਰ ਉਹ ਹੈ ਜੋ ਬਦਲਦਾ ਨਹੀਂ। ਇਸ ਵਾਸਤੇ ਐਸੇ ਪਰਮੇਸ਼ਰ ਨੂੰ ਭੁੱਲਿਆ, ਕਿਸੇ ਭੁਲੇਖੇ 'ਚ ਨਾ ਰਹਿਣਾ, ਕਿਸੇ ਵੱਡੇ ਤੀਰਥ ਨੂੰ ਭੁੱਲਿਆ, ਗੰਗਾ ਜਮਨਾ ਨੂੰ ਭੁੱਲਿਆ, ਉਹਨੂੰ ਭੁੱਲਿਆ, ਪਹਾੜਾਂ ਨੂੰ ਭੁੱਲਿਆ ਨਾ, ਪਰਮੇਸ਼ਰ ਨੂੰ ਭੁੱਲਿਆ ਵਿਆਪਨ ਸਭੈ ਰੋਗ। ਔਰ ਮਹਾਰਾਜ ਕਹਿੰਦੇ ਨੇ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੁਸੀਂ ਜਦੋਂ ਹਰੀ ਤੋਂ ਬੇਮੁਖ ਹੋ ਗਏ ਹੋ ਤੇ ਫਿਰ ਵਿਜੋਗ ਤੇ ਲੱਗੇਗਾ ਹੀ। ਹਰੀ ਨੂੰ ਮਿਲ ਲੋ, ਵਿਜੋਗ ਖਤਮ। ਚਾਇਸ ਹੈ, ਚੋਣ ਕਰਨ ਦੀ ਸ਼ਕਤੀ ਦਾਤਾਰ ਨੇ ਤੁਹਾਨੂੰ ਤੇ ਮੈਨੂੰ ਦਿੱਤੀ ਹੈ। ਉਹਨਾਂ ਨੇ ਚੋਣ ਕੀਤੀ, ਰੱਬ ਨੇ ਚੋਣ ਕੀਤੀ, ਸਾਨੂੰ ਇਨਸਾਨੀ ਜਨਮ ਦਿੱਤਾ ਹੈ, ਮਾਂ ਨੇ ਜਨਮ ਦਿੱਤਾ ਜਿਹੜਾ ਦੁਰਲਭ ਹੈ। ਅੱਗੋਂ ਇਹਨੂੰ ਕਿਵੇਂ ਜੀਣਾ, ਇਹਦਾ ਕਿਵੇਂ ਲਾਭ ਉਠਾਣਾ, ਇਹ ਤੇ ਸੰਤ ਜਨੋਂ ਫਿਰ ਸਾਡੇ ਤੇ ਹੈ। ਜਿਸ ਤਰ੍ਹਾਂ ਗੱਡੀ ਤੁਸੀਂ ਬੜੀ ਮਹਿੰਗੀ ਲਈ ਹੋਏ ਤੇ ਉਹਦੇ ਤੇ ਕੱਪੜਾ ਪਾ ਕੇ ਤੇ ਉਹਨੂੰ ਕਦੇ ਚਲਾਓ ਹੀ ਨਾ, ਤੇ ਉਹ ਗੱਡੀ ਦਾ ਨਹੀਂ ਦੋਸ਼, ਗੱਡੀ ਬਣਾਉਣ ਵਾਲੇ ਦਾ ਨਹੀਂ ਦੋਸ਼। ਅਸੀਂ ਉਹਦੇ ਸੁੱਖ ਦੀ ਪ੍ਰਾਪਤੀ ਨਹੀਂ ਕਰ ਰਹੇ। ਚਾਇਸ ਤੇ ਮੇਰੀ ਇਹ ਨਹੀਂ ਕਹਿ ਸਕਦੇ ਵੀ ਮੈਨੂੰ ਦਿੱਤੀ ਨਹੀਂ। ਹਰੀ ਨੇ ਸਾਨੂੰ ਮਾਨਸ ਜਨਮ ਦੇ ਦਿੱਤਾ, ਇਹ ਨਹੀਂ ਕਹਿ ਸਕਦੇ। ਹੁਣ ਗਾਂ, ਕੁੱਤੇ, ਬਿੱਲੇ ਉਹ ਨਹੀਂ ਕਹਿ ਸਕਦੇ ਕਿ ਸਾਨੂੰ ਮਾਨਸ ਜਨਮ, ਉਹ ਤੇ ਕਹਿ ਸਕਦੇ ਸਾਨੂੰ ਕਿਹੜਾ ਮਾਨਸ ਜਨਮ ਦਿੱਤਾ ਹੈ, ਪਰ ਅਸੀਂ ਕਿਹੜੇ ਮੂੰਹ ਨਾਲ ਕਹਿ ਸਕਦੇ। ਸਾਨੂੰ ਉਹ ਐਸਾ ਸਰੀਰ, ਐਸੀ ਦੇਹ ਦੇ ਦਿੱਤੀ, ਨਾਲ ਇਹੋ ਜਿਹੇ ਸਾਧਨ ਦੇ ਦਿੱਤੇ ਨੇ, ਔਰ ਜਿਹੜੇ ਸਾਧਨ ਹੁਣ ਅਵੇਲੇਬਲ ਨੇ ਸਾਨੂੰ ਤੁਹਾਨੂੰ, ਇਹ ਪਹਿਲਾਂ ਸਾਡੇ ਦਾਦਿਆਂ ਨੂੰ ਵੀ ਨਹੀਂ ਸੀ। ਹੁਣ ਤੇ ਫਟਾਫਟ ਜਹਾਜ਼ ਫੜੋ ਤੇ ਗੁਰੂ ਨੂੰ ਮਿਲਾ, ਔਰ ਹੋਰ ਤੋਂ ਹੋਰ ਅੱਜ ਕੱਲ੍ਹ ਤੇ ਇੰਟਰਨੈਟ ਹੀ ਨਿਕਲਿਆ, ਜ਼ੂਮ ਤੇ ਮਿਲ ਲਓ। ਹੁਣ ਲਾਕਡਾਊਨ ਦੇ ਵਿੱਚ ਜ਼ੂਮ ਹੀ ਚੱਲਦਾ ਪਿਆ। ਮਹਾਰਾਜ ਕਹਿੰਦੇ ਵੀ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨਵੇਂ ਕੌੜੇ ਹੋ ਗਏ ਜਿਤੜੇ ਮਾਇਆ ਭੋਗ। ਖਿਨ ਵਿੱਚ ਕੌੜੇ ਹੋ ਗਏ ਜਿੰਨੇ ਵੀ ਮਾਇਆ ਦੇ ਭੋਗ ਨੇ। ਕਿਉਂ ਹੋਏ? ਕਿਉਂਕਿ ਬੇਮੁਖ ਹੋਏ ਰਾਮ ਤੇ, ਸਤਿਗੁਰੂ ਤੋਂ ਬੇਮੁਖ ਹੋਏ। ਆ ਜਿੰਨੇ ਵੀ ਕਹਿੰਦੇ ਨਹੀਂ ਜੀ ਗੁਰੂ ਦੀ ਕੀ ਲੋੜ ਹੈ, ਆ ਪੜ੍ਹ ਲਓ। ਬੇਮੁਖ ਹੋਏ ਰਾਮ ਤੋਂ, ਪਰਮੇਸ਼ਰ ਨੂੰ ਭੁੱਲਿਆ ਵਿਆਪਨ ਸਭੇ ਰੋਗ, ਤੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਫੇਰ ਕੀ ਹੁੰਦਾ? ਖਿਨਵੇਂ ਕੌੜੇ ਹੋ ਗਏ ਜਿਤਨੇ ਮਾਇਆ, ਜਿੰਨੇ ਵੀ ਮਾਇਆ ਦੇ ਭੋਗ ਸਨ ਉਹਨਾਂ 'ਚ ਗਿਆ ਸਭ ਕੁਝ ਸਵਾਦ, ਕਿਉਂਕਿ ਰਹਿਣਾ ਹੀ ਕੱਖ ਨਹੀਂ। ਜਿੰਨੇ ਵੀ ਤੂੰ ਭੋਗਣਾ ਪਿਆ। ਸਾਧ ਸੰਗਤ, ਮਨੁੱਖਾ ਜਨਮ ਮਿਲਿਆ ਸੀ ਯੋਗ ਲਈ। ਯੋਗ ਕਹਿੰਦੇ ਨੇ ਮਿਲਣ ਨੂੰ, ਹਰੀ ਨੂੰ ਮਿਲਣ ਲਈ।
ਤੇ ਤੂੰ ਮੈਨੂੰ ਭੋਗ ਯੋਨੀ ਬਣਾ ਲਿਆ। ਪੜ੍ਹ ਤੇ ਸਹੀ ਬਾਣੀਆਂ, ਇਹ ਮਨੁੱਖਾ ਜਨਮ ਭੋਗ ਯੋਨੀ ਨਹੀਂ ਹੈ, ਇਹ ਤੇ ਕਰਮ ਯੋਨੀ ਹੈ। ਇੱਥੇ ਤੈਨੂੰ ਕਰਮ ਕਰਨਾ ਪਏਗਾ ਤਾਂ ਕਿ ਤੇਰਾ ਆਇਆ ਸੰਸਾਰ 'ਚ ਸਫਲ ਹੋਵੇ। ਫਿਰ ਮਹਾਰਾਜ ਕਹਿੰਦੇ ਨੇ ਵਿੱਚ ਨਾ ਕੋਈ ਕਰ ਸਕੇ ਕਿਸਥੇ ਰੋਵੇ ਰੋਜ਼, ਫਿਰ ਜੁੱਤੇ ਆਪਣੇ ਹੱਥੀਂ ਆਪ ਕੁਹਾੜਾ ਮਾਰਨਾ ਪਿਆ, ਆਪਣੇ ਹੱਥੀਂ ਆਪ। ਔਰ ਇਹ ਭੁੱਲ ਨਾ ਜਾ, ਸਾਧ ਸੰਗਤ ਕੋ ਬੰਦਾ ਪਹਾੜੀ ਤੋਂ ਡਿੱਗਿਆ ਤੇ ਇੱਕ ਟਹਿਣੀ ਨੂੰ ਹੱਥ ਪੈ ਗਿਆ, ਪੇੜ ਦੀ ਟਹਿਣੀ ਨੂੰ ਹੱਥ ਪੈ ਗਿਆ ਤੇ ਲਟਕਿਆ, ਤੇ ਫਿਰ ਕੀ ਦੇਖਦਾ, ਹੇਠਾਂ ਦੇਖਦਾ ਇੱਕ ਬੜਾ ਵੱਡਾ ਨਾਗ, ਵੀ ਜੇ ਥੱਲੇ ਡਿੱਗਣਾ ਤੇ ਥੱਲੇ ਨਾਗ ਨਹੀਂ ਛੱਡਣਾ। ਉੱਪਰ ਵੇਖਦਾ ਤੇ ਦੋ ਚੂਹੇ ਉਸ ਟਾਹਣੀ ਨੂੰ ਕੱਟ ਰਹੇ ਨੇ। ਔਰ ਸੰਤ ਜਨੋ, ਉਹ ਦੋ ਚੂਹੇ, ਇੱਕ ਕਾਲਾ ਤੇ ਇੱਕ ਚਿੱਟਾ, ਉਹ ਦਿਨ ਤੇ ਰਾਤ ਨੇ, ਦਿਨ ਤੇ ਰਾਤ ਉਹ ਕੱਟ ਰਹੇ ਨੇ ਉਮਰ ਨੂੰ। ਤੇ ਹੇਠਾਂ ਮ੍ਰਿਦੂ ਦਾ ਨਾਗ ਹੈ, ਮ੍ਰਿਦੂ ਦਾ ਨਾਗ। ਇਸ ਲਈ ਮਿੱਤਰਾ, ਫਿਰ ਕਿਸੇ ਹੋਰ ਨੂੰ ਨਾ ਕਹੀਂ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ। ਇਸ ਵਾਸਤੇ ਫਿਰ ਕਿਸੇ ਕੋ ਰੋਈ ਨਾ ਜਾ ਕੇ, ਫਿਰ ਤੇਰਾ ਕੁਛ ਨਹੀਂ ਹੋਣਾ। ਇਸ ਵੇਲੇ ਮਾਲਕ ਖਾਲਕ ਨੇ ਕੱਤਕ ਦੇ ਮਹੀਨੇ ਵਿੱਚ ਇਹ ਤੈਨੂੰ ਕਹਿ ਦਿੱਤਾ ਹੈ ਕਿ ਫਿਰ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਓ, ਕਿਉਂਕਿ ਤੂੰ ਭੁੱਲ ਗਿਆ ਕਤਕ ਕਰਮ ਕਮਾਮ ਨੇ ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਤੇਰੇ ਰੋਗ ਲੱਗ ਗਏ, ਪਰਮੇਸ਼ਰ ਨੂੰ ਤੂੰ ਭੁੱਲਿਆ ਸੀ, ਲੱਗ ਗਏ। ਔਰ ਵਿਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਇਹ ਤੈਨੂੰ ਤੂੰ ਆਪੇ ਕਰ ਲਿਆ ਕੰਮ ਆਪ। ਇਨਵੇਂ ਕੌੜੇ ਹੋ ਗਏ ਜਿਤਨੇ ਮਾਇਆ ਕੋ ਭੋਗੇ, ਵੀ ਤੂੰ ਕਰ ਲਿਆ। ਵਿੱਚ ਨਾ ਕੋਈ ਕਰ ਸਕੇ ਕਿਸ ਤੈ ਰੋਵੇ ਰੋਜ਼, ਕੀਤਾ ਕਿਛੂ ਨਾ ਹੋਵੀ ਲਿਖਿਆ ਤੁਰ ਸੰਜੋਗ। ਤੇ ਫੇਰ ਕੀ ਹੁੰਦਾ, ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ। ਵੱਡੇ ਭਾਗਾਂ ਨਾਲ ਜੇ ਪ੍ਰਭੂ ਦੀ ਪ੍ਰਾਪਤੀ ਹੋ ਜੇ, ਤੇ ਸਾਰੀਆਂ ਬਿਮਾਰੀਆਂ ਦਾ ਨਾਸ ਹੋ ਜਾਂਦਾ, ਜਿੰਨੀਆਂ ਵੀ ਦਸੀਆਂ ਨੇ। ਕਿਨਵੇਂ ਕੌੜੇ ਹੋ ਗਏ ਜਿਤਨੇ ਮੈਂ, ਸਭ ਬਿਮਾਰੀਆਂ ਦਾ ਇਲਾਜ ਵੱਡੇ ਭਾਗਾਂ ਵਾਲਿਆਂ ਨੂੰ ਜਦੋਂ ਪ੍ਰਭੂ ਮਿਲ ਜਾਂਦਾ ਹੈ। ਔਰ ਆਪ ਜੀ ਸਾਰੇ ਵੱਡੇ ਭਾਗਾਂ ਵਾਲੇ ਜਿਹੜੇ ਇਸ ਸਤਸੰਗ ਵਿੱਚ ਸ਼ਾਮਲ ਹੋ, ਜਿਨ੍ਹਾਂ ਦੇ ਕੰਨਾਂ ਵਿੱਚ ਕੱਤਕ ਦੇ ਮਹੀਨੇ 'ਚ ਆਵਾਜ਼ ਆ ਰਹੀ ਹੈ ਕਿ ਹਰੀ ਦੀ ਪ੍ਰਾਪਤੀ ਕਰ ਲਓ। ਇਸ ਵਾਸਤੇ ਸੰਤ ਜਨੋ, ਇੰਜ ਨਾ ਹੋਵੇ ਜਿਵੇਂ ਬੰਦਾ ਗੱਡੀ ਗਲਤ ਚਲਾ ਰਿਹਾ ਸੀ ਤੇ ਸਿਪਾਹੀ ਨੇ ਰੋਕਿਆ, ਉਹਨੇ 100 ਦਾ ਚਲਾਨ ਕੱਟਤਾ, 100 ਰੁਪਏ ਜੁਰਮਾਨੇ ਦਾ। ਦੂਜੇ ਦਿਨ ਫਿਰ ਉਂਝ ਗੱਡੀ ਚਲਾਏ, ਉਹਨੇ ਫਿਰ 200 ਦਾ ਕਰ ਦਿੱਤਾ। ਤੀਜੇ ਦਿਨ ਫਿਰ ਉਂਝ ਚਲਾਏ, ਸਿਪਾਹੀ ਨੇ ਫਿਰ 500 ਦਾ ਕੱਟਦਾ। ਜੇ 500 ਦਾ ਕੱਟਿਆ ਨਾ, ਤੇ ਉਹ ਕਹਿੰਦਾ ਮੈਨੂੰ ਤੇ ਸੀਜ਼ਨ ਦੀ ਟਿਕਟ ਹੀ ਦੇ ਛੱਡ, ਮੇਰਾ ਕੰਮ ਮੈਂ ਨਹੀਂ ਉਹ ਹਟਣਾ। ਅੱਜ ਦੇ ਇਨਸਾਨ ਦਾ ਇਹੀ ਹਾਲ ਹੋ ਚੁੱਕਾ ਹੈ, ਗਲਤੀ ਤੇ ਗਲਤੀ ਕਰੀ ਜਾਂਦਾ ਹੈ। 84 ਲੱਖ ਜਨਮਾਂ ਵਿੱਚ ਰੱਬ ਨੂੰ ਚੇਤੇ ਨਹੀਂ ਕੀਤਾ, ਦੁੱਖ ਪਾਏ ਨੇ। ਇਸ ਲਈ ਕੱਤਕ ਦੇ ਮਹੀਨੇ ਵਿੱਚ ਮਹਾਰਾਜ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਫਰਮਾ ਰਹੇ ਨੇ ਕਿ ਤੇਰੇ ਸਾਰੇ ਦੁੱਖਾਂ ਦਾ ਇਲਾਜ ਹੋ ਸਕਦਾ ਹੈ ਜੇ ਤੂੰ ਪ੍ਰਭੂ ਦੀ ਤੂੰ ਪ੍ਰਭੂ ਦੀ ਪ੍ਰਾਪਤੀ ਕਰ ਲੈ। ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਓ, ਫਿਰ ਤੇਰੇ ਸਾਰੇ ਵਿਯੋਗ ਮਿੱਤਰਾ ਪਿਆਰਿਆ ਸਾਰੇ ਖਤਮ ਹੋ ਜਾਣਗੇ। ਇਸ ਲਈ ਦਾਸ ਇਹ ਕਿਹਾ ਕਰਦਾ ਹੈ ਕਿ ਮਾਨਸ ਜਨਮ ਇੱਕ ਇਸ ਤਰ੍ਹਾਂ ਜਿਵੇਂ ਪਾਰਸ ਦਾ ਪੱਥਰ ਮਿਲ ਜਾਏ, ਪਾਰਸ ਪੱਥਰ ਮਿਲ ਜੇ
ਤੇ ਉਹਦੇ ਨਾਲ ਲੋਹੇ ਨੂੰ ਸੋਨਾ ਬਣਾਉਣਾ ਚਾਹੀਦਾ ਹੈ। ਭਾਰਤ ਪੱਥਰ ਨੇ ਚਟਨੀ ਨਹੀਂ ਕੁੱਟਣੀ, ਚਟਨੀ ਕੁੱਟਣ ਨੂੰ ਬੜੇ ਨੇ ਪੱਥਰ, ਇਸ ਲਈ ਇਹ ਪਾਰਸ ਪੱਥਰ ਹੈ। ਮਨੁੱਖਾ ਜਨਮ, ਇਸ ਜਨਮ ਦੇ ਵਿੱਚ ਅਸੀਂ ਉਹ ਕੰਮ ਕਰਨਾ ਹੈ ਜਿਵੇਂ ਕਹਿੰਦੇ ਕਿ ਜਦੋਂ ਵਡਭਾਗੀ ਮੇਰਾ ਪ੍ਰਭ ਮਿਲੇ ਤੋਂ ਉਤਰੇ ਸਭ ਯੋਗ, ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਔਰ ਭਗਤ ਅਰਦਾਸ ਹੀ ਕਰਦਾ ਹੈ, ਕਹਿੰਦੇ ਤੂੰ ਆਪੇ ਰੱਖ ਲੈ, ਰੱਖੇ ਰੱਖਣ ਹਾਰ ਆਪ ਉਭਾਰੀਆਂ, ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ, ਹੋਆ ਮਾਪ ਦਿਆਲ ਮਨ ਨਾ ਵਸਾਰੀਆਂ। ਇਸ ਦਾ ਇਸ ਵਕਤ ਤੇ ਤੂੰ ਅਰਦਾਸ ਹੀ ਕਰ, हे ਮੇਰੇ ਸੱਚੇ ਪਾਤਸ਼ਾਹ ਤੂੰ ਮੇਰੇ ਅੰਗ ਸੰਗ ਹੋ, ਮੇਰੇ ਸਾਰੇ ਕਾਰਜ ਸੱਚੇ ਪਾਤਸ਼ਾਹ ਤੂੰ ਰਾਸ ਕਰ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਕੱਤਕ ਦੇ ਮਹੀਨੇ ਵਿੱਚ ਆਪ ਸਭ ਨੂੰ ਇਤਨੀ ਬਖਸ਼ਿਸ਼ ਦੇ, ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ, ਕੱਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਸਾਧ ਸੰਗ ਕਰਕੇ ਫੇਰ ਹੀ ਸਾਰੀਆਂ ਸੋਚਾਂ ਬਿਨ ਸਕਦੀਆਂ। ਇਸ ਲਈ ਸੰਤ ਜਨੋ ਚਾਰ ਪੁਕਾਰੇ ਨਾ ਤੂੰ ਮਨ ਹੈ, ਚਾਰ ਵੇਦ ਵੀ ਕੋ ਗੱਲ ਕਹਿੰਦੇ ਨੇ, ਬੰਦਾ ਤਾਂ ਵੀ ਨਹੀਂ ਮੰਨਦਾ। ਖੱਟ ਵੀ ਏਕਾ ਬਾਤ ਬਖਾਨੇ, 10 ਅਸ਼ਟੀ ਮਿਲੇ ਕੋ ਕਿਆ, 10 ਤੇ 8 18, ਉਹ ਪੁਰਾਣ ਵੀ ਇਹੀ ਕਹਿ ਦਿੰਦੇ ਤਾਂ ਵੀ ਜੋਗੀ ਭੇਦ ਦਿੰਦੇ। ਅਰਦਾਸ ਤੇ ਉਹਨੇ ਕਹੇਗਾ ਅੰਮ੍ਰਿਤ ਬਾਣੀ ਵੀ ਇਹੋ ਕਿਹਾ ਤਾਂ ਵੀ ਜੋਗੀ ਭੇਦ ਨਾ ਲਿਆ। ਕਿਹੜਾ ਧਰਮ ਸ਼ਾਸਤਰ ਹੈ ਜਿਹੜਾ ਸਾਨੂੰ ਪ੍ਰਭੂ ਦੀ ਭਗਤੀ ਕਰਨ ਵਕਤ ਨੂੰ ਰੋਕਦਾ ਹੋਵੇ? ਸਾਰਿਆਂ ਨੇ ਇਹੀ ਉਤਸ਼ਾਹ ਦਿੱਤਾ ਹੈ, ਗੁਰਮਿਲ ਨਾਨਕ ਠਾਕਰ ਜਾਤਾ। ਗੁਰੂ ਨੂੰ ਮਿਲ ਕੇ ਠਾਕਰ ਨੂੰ ਜਾਣ ਲਿਆ। ਕਿਹੋ ਜਿਹੇ ਠਾਕਰ ਨੂੰ ਜਾਣਿਆ? ਜਲ ਥਲ ਮਈਲ ਪੂਰਨ ਵਿਦਾਤਾ, ਜਲਾਂ ਵਿੱਚ, ਥਲਾਂ ਵਿੱਚ, ਅਸਮਾਨਾਂ ਤੇ, तीन लोकां च, ਜਿਹੜਾ ਸਾਰਿਆਂ ਲੋਕਾਂ ਦੇ ਵਿੱਚ ਮੇਰਾ ਵਿਦਾਤਾ ਹੈ, ਐਸਾ ਠਾਕਰ ਜਾਤਾ। ਨਾਨਕ ਗੁਰ ਮਿਲ ਠਾਕਰ ਜਾਤਾ, ਗੁਰੂ ਨੂੰ ਮਿਲ ਕੇ। ਔਰ ਮਹਾਰਾਜ ਜੀ ਕਹਿੰਦੇ ਨੇ ਇਸੇ ਲਈ ਕਿਹਾ ਅੰਮ੍ਰਿਤ ਬਾਣੀ ਚ, ਕੱਤਕ ਕਰਮ ਤਿਆਗ ਕਰ ਭਗਤ ਕਰੋ ਗੁਰਦੇ। ਕਿਉਂਕਿ ਹਰੀ ਦੀ ਭਗਤੀ ਮਿਲੇ ਬਗੈਰ ਨਹੀਂ ਹੋਣੀ। ਜਦ ਤੱਕ ਹਰੀ परम पिता परमात्मा मेरे सामने नहीं, किदी भगती कर। यही कारण है अज्ञानता दे विच बंदा टकरा मारदा है। सुख वालियां चीजां भी जिस तरह बाणी च कतक दे महीने च कहा महाराज ने, खिन में कौड़े हो गए जितने माया भोग। माया दे भोग भोग है ने, असीं आनंद लै सकते हैं, लेकिन परमेश्वर ਨੂੰ ਭੁੱਲੇ ਆ, ਇਸ ਲਈ ਕੌੜੇ ਹੋਏ ਨੇ। ਐਵੇਂ ਥੋੜਾ ਲਿਖਿਆ ਮਹਾਰਾਜ ਨੇ, ਤ੍ਰਿਗ ਤ੍ਰਿਗ ਖਾਇਆ, ਲੱਖ ਲਾਨਤ ਹੈ ਤੇਰੇ ਖਾਣ ਤੇ। ਤ੍ਰਿਗ ਕਹਿੰਦੇ ਨੇ ਲੱਖ ਲਾਨਤ। ਤ੍ਰਿਗ ਤ੍ਰਿਗ ਸੋਇਆ, ਲੱਖ ਲਾਨਤ ਹੈ ਤੇਰੇ ਸੌਣ ਤੇ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਜਿੰਨੇ ਮਰਜੀ ਫੈਸ਼ਨ ਡਿਜ਼ਾਈਨਰ ਕੱਪੜੇ ਪਾ ਲੈ, ਲੱਖ ਲਾਨਤ। ਤ੍ਰਿਗ ਕੁਟੁੰਬ ਸਰੀਰ ਸੈਸ, ਜਿਹੜਾ ਤੇਰੇ ਸਰੀਰ ਕਰਕੇ ਕੁਟੁੰਬ ਬਣਿਆ, ਲੱਖ ਲਾਨਤੀ। ਜਿੱਤ ਹੁਣ ਖਸਮ ਨਾ ਪਾਇਆ। ਜੇ ਪਹਿਲੇ ਮਹੀਨੇ ਨਿਕਲ ਗਏ, ਜੇਠ ਹਾੜ ਸੌਣ ਭਾਦੋਂ ਨਿਕਲ ਗਏ, ਤੇ ਤੂੰ ਇਹਨੂੰ ਕੱਤਕ ਨੂੰ ਹੀ ਕੱਢ ਲੈ। ਫਿਰ ਜਿੱਤ ਹੁਣ ਖਸਮ ਨਾ ਪਾਇਆ, ਜੇ ਹੁਣ ਵੀ ਤੂੰ ਨਹੀਂ ਸਮਝਿਆ। पौड़ी छुटकी हाथ ना आए, मन मुकैला जन्म गवाया। एक बारी पौड़ी छुट गई, वो हाथ नहीं होनी। साध संगत एक गरीब बंदा मंगता सी, वो आया ते वो मंगदा आके कहंदा है, कोई बंदा छत ठीक करदा सी पिया,
ਉਹ ਕਹਿੰਦਾ ਕਿ ਆ ਕੇ ਮੈਨੂੰ ਆ ਕੇ ਤੇ ਕੁਝ ਪੈਸੇ ਚਾਹੀਦੇ ਤੇ ਉਹਨੇ ਕਿਹਾ ਉੱਪਰ ਆ ਪੈਸੇ ਚਾਹੀਦੇ ਨੇ ਤੇ ਉੱਪਰ ਆ ਕੇ ਦੱਸ ਔਰ ਉਹਨੇ ਉੱਪਰ ਆ ਗਿਆ ਸਾਧ ਸੰਗਤ ਤੂੰ ਕਹਿੰਦਾ ਉਹਨੂੰ ਕਹਿੰਦਾ ਨਹੀਂ ਉੱਪਰ ਨਹੀਂ ਤੂੰ ਥੱਲੇ ਆ ਪਹਿਲਾਂ ਥੱਲੇ ਆ ਕੇ ਸੁਣ ਮੰਗਤਾ ਕਹਿੰਦਾ ਥੱਲੇ ਆ ਕੇ ਸੁਣ ਉਹ ਵਿਚਾਰਾ ਥੱਲੇ ਉਤਰਿਆ ਛੱਤ ਤੋਂ ਤੇ ਕਹਿੰਦਾ ਕੀ ਗੱਲ ਕਹਿੰਦੇ ਪੈਸੇ ਚਾਹੀਦੇ ਥੋੜੇ ਮੈਂ ਤੰਗੀ ਚ ਅੱਗੋਂ ਕਹਿੰਦਾ ਉਹਨੂੰ ਕਹਿੰਦਾ ਜਿਹੜਾ ਛੱਤ ਤੇ ਚੜਿਆ ਸੁਣ ਕੇ ਤੂੰ ਉੱਪਰ ਆ ਜਾ ਉੱਪਰ ਆ ਤੈਨੂੰ ਦੱਸਾਂਗਾ ਉੱਪਰ ਉਹਨੇ ਚੜਾ ਲਿਆ ਕਹਿਣ ਲੱਗਾ ਦਿਓ ਕਹਿੰਦਾ ਮੇਰੇ ਕੋਲ ਕੋਈ ਪੈਸੇ ਨਹੀਂ ਮੈਂ ਨਹੀਂ ਦੇ ਸਕਦਾ ਉਹ ਕਹਿੰਦਾ ਕਿ ਥੱਲੇ ਕਿਉਂ ਨਹੀਂ ਕਹਿਤਾ ਕਹਿੰਦਾ ਥੱਲੇ ਮੈਂ ਆਪਣੀ ਬੀਤੀ ਥੋੜਾ ਕਰਾਣੀ ਸੀ ਉੱਤੇ ਆ ਕੇ ਤੈਨੂੰ ਮੈਂ ਵੀ ਇਕਾਂਤ ਚ ਦੱਸਿਆ ਕਿ ਸੁਣਤ ਜਨੋ ਏਦਾਂ ਨਾ ਹੋ ਜੇ ਸਾਡੇ ਨਾਲ ਥੱਲੇ ਉੱਤੇ ਕਰਦਿਆਂ ਹੀ ਕੱਤਕ ਦਾ ਮਹੀਨਾ ਨਾ ਲੰਘ ਜਾਏ ਅਸੀਂ ਐਸੇ ਸੰਤ ਦੀ ਖੋਜ ਕਰੀਏ ऐसे महात्मा की खोज करिए नानक तूड़ मांगे तिस गुर सिख की जो आप जपै अवरा नाम जपावे दास आप जी वास्ते अरदास करदा निरंकार दा तार आप सब नूं ताकत बख्शे कि जो गुरु उपदेश ने पावन अमृत बाणी दे श्री गुरु ग्रंथ साहिब जी दे इन्हां अनुसार असीं अपना जीवन बना सकीए ते आप जी सारे दास वास्ते अरदास करो कि दास भी इन्हां बचनां नूं अमल विच लिया सके कोई दास पासों गलती पुछो क्षमा करना जय गुरुदेव धन गुरुदेव जी जय संतां दी इस तरह कत्तक दा महीना आप सब दा बहुत बहुत शुभ निकले।